ਓਮ ਸ਼ਾਂਤੀ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ। ਮੈਂ ਅਮਰਜੀਤ ਕੌਰ ਬਹਿਨ ਜੀ ਬੈਂਕਾਕ ਥਾਈਲੈਂਡ ਤੋਂ ਆਪ ਜੀ ਦੇ ਨਾਲ ਇੱਕ ਓਂਕਾਰ ਇੱਕ ਪਰਮਾਤਮਾ ਦੇ ਪ੍ਰੋਗਰਾਮ ਵਿੱਚ ਜਪਜੀ ਸਾਹਿਬ ਦੀ ਵਿਆਖਿਆ ਅਤੇ ਸਿਮਰਨ ਕਰ ਰਹੇ ਹਾਂ, ਸਮਝ ਰਹੇ ਹਾਂ ਅਤੇ ਆਪਣੀ ਐਕਸਪੀਰੀਅੰਸਿਸ ਸ਼ੇਅਰ ਕਰ ਰਹੇ ਹਾਂ। ਅਤੇ ਆਓ ਰੀਕੈਪ ਕਰੀਏ ਅਸੀਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਤੱਕ ਕਰ ਚੁੱਕੇ ਹਾਂ ਅਤੇ ਅਭੀ ਅੱਜ ਅਸੀਂ ਅਜੂਨੀ ਅਤੇ ਸਹਿਬੰਗ ਨੂੰ ਟੱਚ ਕਰਾਂਗੇ। ਅਜੂਨੀ ਇਸ ਵਰਡ ਨੂੰ ਪਿਆਰ ਦੇ ਨਾਲ ਮੰਤਰ ਰੂਪ ਵਿੱਚ ਉਚਾਰਾਂਗੇ। ਅਜੂਨੀ ਅਜੂਨੀ ਅਜੂਨੀ। ਉਚਾਰਨ ਵਿੱਚ ਤੇ ਅਸੀਂ ਬਹੁਤ ਸ਼ਾਂਤ ਮਹਿਸੂਸ ਕਰਨੇ ਹਾਂ, ਕਿਉਂਕਿ ਇਹ ਮੂਲ ਮੰਤਰ ਦੇ ਇੱਕ ਇੱਕ ਸ਼ਬਦ ਵਿੱਚ ਬਹੁਤ ਹੀ ਗਹਿਰਾਈ ਹੈ ਔਰ ਬਹੁਤ ਹੀ ਸ਼ਕਤੀ ਹੈ। ਪਰ ਅਜੂਨੀ ਜੋ ਅਸੀਂ ਕਹਿ ਰਹੇ ਹਾਂ ਅਤੇ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਇਹ ਮੂਲ ਮੰਤਰ ਦੇ ਇੱਕ ਇੱਕ ਸ਼ਬਦ ਜੋ ਹੈ ਉਹ ਪਰਮਾਤਮਾ ਨੂੰ ਡਿਸਕਰਾਈਬ ਕਰ ਰਿਹਾ ਹੈ, ਬਲਕਿ ਉਹ ਆਤਮਾ ਨੂੰ ਵੀ ਡਿਸਕਰਾਈਬ ਕਰ ਰਿਹਾ ਹੈ। ਅਜੂਨੀ ਮਤਲਬ ਕਿ ਪਰਮਾਤਮਾ ਤਾਂ ਹੈ ਅਜੂਨੀ, ਉਹ ਤਾਂ ਜੂਨ ਵਿੱਚ ਆਉਂਦੇ ਹੀ ਨਹੀਂ, ਪਰ ਅਸੀਂ ਵੀ ਜੂਨ ਵਿੱਚ ਆਉਂਦੇ ਹੋਇਆ ਵੀ ਅਜੂਨੀ ਹਾਂ। ਕਿਉਂਕਿ ਮੈਂ ਇਸ ਸਰੀਰ ਵਿੱਚ कितने साल जीवांगी, 70, 80, 90, और उससे पहले मैं फिर भी किसी होर शरीर ਵਿੱਚ ਸਾਂ। ਮਤਲਬ ਜੂਨ ਵਿੱਚ ਅਸੀਂ ਆ ਰਹੇ ਹਾਂ, ਖੇਡ ਰਹੇ ਹਾਂ, ਪਰ ਵਾਪਸ ਤਾਂ ਜਾਣਾ ਆ। ਜੋ ਅਸੀਂ ਕਹਿੰਦੇ ਹਾਂ ਮੂਲ ਵਤਨ ਜਾਂ ਨਿਰਵਾਣਾ, ਜੋ ਅਸੀਂ ਕਹਿੰਦੇ ਹਾਂ ਮੁਕਤੀ ਚਾਹੀਦੇ, ਅਸੀਂ ਬੋਲਦੇ ਹਾਂ ਨਾ, ਸਾਨੂੰ ਮੁਕਤੀ ਚਾਹੀਦਾ, ਨਿਰਵਾਣਾ ਚਾਹੀਦਾ, ਉਹਦਾ ਮਤਲਬ ਘਰ ਵਾਪਸ ਜਾਣਾ। ਜੇ ਅਸੀਂ ਉਹ ਸਾਡਾ ਘਰ ਹੈ, ਅਕਾਲ ਪੁਰਖ ਜਿੱਥੇ ਵਸਦੇ ਨੇ, ਪਾਰ ਬ੍ਰਹਮ ਪਰਮੇਸ਼ਵਰ, ਪਾਰ ਬ੍ਰਹਮ ਪਰਮ ਧਾਮ ਸ਼ਾਂਤੀ ਧਾਮ ਮੂਲ ਵਤਨ, ਉਹ ਸਾਡਾ ਘਰ ਹੈ। ਉੱਥੇ ਸਾਡੀ ਅਵਸਥਾ ਅਜੂਨੀ ਹੈ, ਪਰ ਜੂਨ ਵਿੱਚ ਅਸੀਂ ਆਤਮਾ ਆ ਕੇ ਖੇਡਦੇ, ਪਰ ਅਕਾਲ ਪੁਰਖ ਸਦਾ ਲਈ ਅਜੂਨੀ ਹੈ। ਉਹ ਖੇਡਣ ਨਹੀਂ ਆਉਂਦੇ, ਜੂਨ ਵਿੱਚ ਨਹੀਂ ਆਉਂਦੇ। ਅਤੇ ਅਜੂਨੀ ਵਰਡ ਜੋ ਹੈ ਇਸ ਦੇ ਵਿੱਚ ਉਸ ਦੀ ਡਿਸਕ੍ਰਿਪਸ਼ਨ ਆ ਜਾਂਦੀ ਹੈ, ਕਿਉਂਕਿ ਉਹੀਓ ਹੈ ਕਰਤਾ ਪੁਰਖ, ਉਹੀਓ ਹੈ ਅਕਾਲ ਪੁਰਖ। ਇੱਕ ਇੱਕ ਵਰਡ ਜੋ ਹੈ ਮੂਲ ਮੰਤਰ ਦਾ ਸਿਮਿਲਰ ਵੀ ਹੈ ਲੇਕਿਨ ਡਿਫਰੈਂਟ ਵੀ ਹੈ। ਇੱਕ ਇੱਕ ਕੁਆਲਿਟੀ ਨੂੰ ਇੱਕ ਇੱਕ ਮਤਲਬ ਕਿ ਆਤਮਾ ਦੀ ਅਵਸਥਾ, ਆਤਮਾ ਦੀ ਡਿਸਕ੍ਰਿਪਸ਼ਨ ਨੂੰ ਐਕਸਪਲੇਨ ਕੀਤਾ ਗਿਆ। ਅਤੇ ਇੱਥੇ ਜੂਨ ਅਜੂਨ, ਤਾਂ ਕਿ ਸਾਨੂੰ ਕਲੈਰਿਟੀ ਹੋਏ ਕਿ ਜੂਨ ਵਿੱਚ ਆਉਂਦੇ ਆ ਵੀ ਅਸੀਂ ਅਜੂਨੀ ਹਾਂ, ਪਰ ਉਹ ਅਕਾਲ ਪੁਰਖ ਸਦਾ ਲਈ ਸਤ ਅਜੂਨੀ ਹੈ, ਉਹ ਕਦੀ ਵੀ ਜੂਨ ਵਿੱਚ ਨਹੀਂ ਆਉਂਦੇ। ਔਰ ਫਿਰ ਹੈ ਗੁਰੂ ਨਾਨਕ ਦੇਵ ਜੀ ਦੇ ਬਹੁਤ ਖੂਬਸੂਰਤ ਸ਼ਬਦ ਸਹਿਬੰਗ। ਸਹਿਬੰਗ ਇਤਨਾ ਪਿਆਰਾ ਸ਼ਬਦ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਯੂਜ਼ ਕੀਤਾ ਹੈ, ਜਿਸ ਦੇ ਵਿੱਚ ਆਤਮਕ ਸ਼ਕਤੀ ਦੀ ਗੱਲ ਹੁੰਦੀ ਹੈ। ਪਰਮਾਤਮਕ ਸ਼ਕਤੀ, ਆਤਮਕ ਸ਼ਕਤੀ, ਕਿਉਂਕਿ ਪਰਮਾਤਮਾ ਵਿੱਚ ਵੀ ਤਾਂ ਵਰਡ ਆਉਂਦੀ ਆਤਮਾ। ਸਹਿਬੰਗ ਦਾ ਮਤਲਬ ਸੈਲਫ ਇਲੂਮੀਨੇਟਿੰਗ, ਮਤਲਬ ਕਿ ਖੁਦ ਵਿੱਚ ਜੀਵ ਸ਼ਕਤੀ, ਖੁਦ ਵਿੱਚ ਸ਼ਕਤੀ, ਆਪਣੇ ਆਪ ਵਿੱਚ। ਜਿਸ ਤਰ੍ਹਾਂ ਅਸੀਂ ਜਦੋਂ ਪਹਿਲਾਂ ਸ਼ੁਰੂ ਕੀਤਾ ਸੀ, ਮੈਂ ਲਾਈਫ ਫੋਰਸ, ਲਾਈਫ ਐਨਰਜੀ ਦੀ ਗੱਲ ਕੀਤੀ ਸੀ, ਊਰਜਾ ਦੀ ਗੱਲ ਕੀਤੀ ਸੀ ਕਿ ਆਤਮਾ ਇੱਕ ਊਰਜਾ ਹੈ। ਜਿਵੇਂ ਕਿ ਮੈਂ ਆਤਮਾ ਸਰੀਰ ਵਿੱਚ ਵਸ ਰਹੀ ਹਾਂ ਅਤੇ ਇਹ ਜ਼ਿੰਦਾ ਹੈ। ਮੈਂ ਆਤਮਾ ਨਿਕਲ ਜਾਂ ਸਰੀਰ ਤੋਂ ਅਤੇ ਸਰੀਰ ਮੁਰਦਾ ਲਾਸ਼ ਬਣ ਜਾਂਦੀ ਹੈ। ਆਤਮਾ ਹੈ ਅਤੇ ਸਰੀਰ ਜੀ ਰਹੀ ਹੈ, ਹਿਲ ਰਹੀ ਹੈ, 5 ਇੰਦਰੀਆਂ ਕੰਮ ਕਰ ਰਹੇ, हार्ट बीट हो रहे हैं, इंटेस्टाइन चल रहे, सब कुछ चल रहा है। आत्मा निकल जाए तो डेड बॉडी। तो ये जो शक्ति है ये आत्मा की इटर्नल शक्ति है, अकाल है, ये शक्ति अमर है। क्योंकि ये आत्मा डेड बॉडी तो निकल के
ਮਾਂ ਦੇ ਗਰਭ ਵਿੱਚ ਜਾਂਦੀ ਹੈ। ਮਾਂ ਦੇ ਗਰਭ ਵਿੱਚ ਫਿਰ ਉਹ ਉਸ ਮਿੱਟੀ ਦੇ ਪੁਤਲਾਂ ਨੂੰ ਜੀਵਿਤ ਕਰ ਦਿੰਦੀ ਹੈ। मतलब आत्मा है ही जीव शक्ति। तो सहभंग वर्ड जो है वो इसलिए इतना ब्यूटीफुल है क्योंकि वो सहभंग मतलब अपने आप विच शक्तिशाली है। मैं जद कहनी या असी जिक्र करने कि आत्मा कमज़ोर हो गई है, सहभंग की गल नहीं कर रहे। सहभंग शक्ति कमज़ोर नहीं होंगी। सहभंग शक्ति नॉर्मली भरपूर होंगी है क्योंकि वो लाइफ फोर्स है। मैं इस तरह आप जी ਨੂੰ एक्सप्लेन करांगी। 2 साइड्स ऑफ द कॉइन। आत्मा दे 2 साइड्स ऑफ द कॉइन। एक कॉमन फैक्टर, एक पर्सनल आइडेंटिटी। आप भी आत्मा, मैं भी आत्मा। इस दुनिया में कितने करोड़ आत्माएं, असी सारे आत्माएं, असी सारे कॉमन फैक्टर साढ़े विच है कि असी सारे जी रहे हैं, जीवित है। वो जीव शक्ति जो है, जो सहभंग की शक्ति है, जो हर एक विद्या विच है, सेल्फ इल्यूमिनेटिंग लाइफ फोर्स एनर्जी जो है, जो हमको जीवित रखती है, वो कॉमन है। पर आत्मा दे विच एक और शक्ति भी है जो अनकॉमन है, मतलब कि अलग है। आप में और मेरे में, आप भी आत्मा, मैं भी आत्मा। और हम अलग कैसे? हम इस करके अलग है कि आपकी थिंकिंग अलग है, मेरी थिंकिंग अलग है। आपकी फीलिंग अलग है, मेरी फीलिंग अलग है। आपकी मेमोरीज अलग है, मेरी मेमोरीज अलग है। आपका कैरेक्टर अलग है, मेरी कैरेक्टर अलग है। आप नोट करो, हम जो भी बातें करें वो मन की बातें हो रही है। तो इसका मतलब आपका मन अलग है, मेरा मन, और जितने करोड़ आत्माएं हैं दुनिया में, सबके मन की अवस्था अलग अलग है। तो वो हमको सेपरेट करता है एक दूसरे से कि आप और मेरे में फ़र्क है। पर जो जीव शक्ति है उसको हम बोलते हैं सहभंग, जो ऑटोमेटिकली इंसान को जीवित रखती है। लाइफ एनर्जी, लाइफ फोर्स जो कभी कम नहीं होती। वो है तो जीवित है, आत्मा है तो शरीर जी रही है, आत्मा नहीं है तो शरीर नहीं जी रही। इस शक्ति को हम यूनिवर्सल लाइट कहते हैं। इसलिए हम सहभंग की वजह से हम बोलते हैं मन तो ज्योत स्वरूप है। हम ज्योत स्वरूप असी ज्योत स्वरूप बोलने हैं। क्यों? क्योंकि सहभंग दे वर्ड दे विच ही आउंदी है कि लाइट, एनर्जी, ऊर्जा, शक्ति, ये जो असी कह सकते हैं कि जिमें कि बिजली दी डिस्क्रिप्शन या बत्ती दी डिस्क्रिप्शन है या सूरज दी डिस्क्रिप्शन है, इस तरह ही कुछ है कि आत्मा इस तरह ही कुछ है। सिर्फ ये गल है कि आत्मा बारीक है। सूरज बहुत वड्डी हस्ती है, आत्मा बहुत बारीक हस्ती है कि ਅੱਖਾਂ ਦੇ ਨਾਲ ਅਸੀਂ ਉਸ ਨੂੰ ਨਹੀਂ ਦੇਖ ਸਕਦੇ ਤੇ ਨਾ ਹੀ ਹੱਥ ਨਾਲ ਪਕੜ ਸਕਦੇ, ਨਾ ਹੀ ਮਹਿਸੂਸ ਕਰ ਸਕਦੇ ਕਿਸੇ ਪੰਜ ਤੱਤਵ ਰਾਹੀਂ। ਸਿਰਫ ਖਿਆਲ ਤੇ ਫੀਲਿੰਗਸ ਦੇ ਨਾਲ ਮਹਿਸੂਸ ਕਰ ਸਕਦੇ ਹੈ। ਤੇ ਆਤਮਾ ਇਮੋਸ਼ਨਸ ਵੀ ਆਤਮਾ ਦੇ ਵਿੱਚ ਹੀ ਹੈ ਕਿਉਂਕਿ ਦੇਖੋ ਜਦ ਡੈਡ ਬੋਡੀ ਤੋਂ ਆਤਮਾ ਨਿਕਲਦੀ ਹੈ ਤਾਂ ਡੈਡ ਬੋਡੀ ਸੋਚਦੀ ਵੀ ਨਹੀਂ ਹੈ, ਉਹ ਇੱਕਦਮ ਕੰਮ ਨਹੀਂ ਕਰਦੀ। मतलब ਉਹਦਾ ਦਿਮਾਗ ਦੇ ਉੱਤੇ ਹੀ ਹੈ। ਦਿਮਾਗ ਤੇ ਔਰਗਨ ਹੈ, ਜਿਸ ਤਰ੍ਹਾਂ ਦਿਲ ਹੈ ਜਾਂ ਇੰਟੈਸਟਾਈਨਸ ਹੈ ਜਾਂ लिवर है, किडनी, ये ऑर्गन्स है। दिमाग भी ऑर्गन्स है, ब्रेन। लेकिन आत्मा की जो शक्ति है जो इस दिमाग को सोचन की शक्ति देंदी है या याद करने की शक्ति या मैमोरी की शक्ति या परखने की शक्ति या जो भी दिमाग रहे असी काम करने, वो सहभंग ऊर्जा है तो आत्मा दी है ना। आत्मा निकल जाए तो फिर वो डेड बॉडी कुछ भी नहीं कर सकते। तो इस वास्ते असी आत्मा नूं जद समझांगे सहभंग एनर्जी इल्यूमिनेटिंग लाइफ फोर्स, फिर असी बहुत अच्छी तरह आत्मा नूं पहचान सकते हैं। सहभंग। तो आज का टाइम ख़त्म हो गया, तो आप जी दे नाल मिलके बहुत खुशी हुई। थैंक यू वेरी मच। इस एक ओंकार एक परम पिता परमात्मा के प्रोग्राम विच साथ दिता आपने।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਮ ਸ਼ਾਂਤੀ। ਅਜੂਨੀ 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 ਸੈਭੰ ਸੈਭੰ। ਆਪਣੇ ਆਪ ਨੂੰ ਜੋਤੀ ਬਿੰਦੂ, ਚਮਕਦੀ ਸਿਤਾਰਾ ਆਤਮਾ ਦੇਖੋ ਮਨ ਦੇ ਵਿੱਚ, ਤੇ ਉਸ ਅਕਾਲ ਪੁਰਖ ਨੂੰ ਵੀ ਸੈਭੰ, ਚਮਕਦਾ ਸਿਤਾਰਾ ਪਰਮਾਤਮਾ, ਔਰ ਮੈਂ ਉਸ ਨੂੰ ਮਿਲ ਰਹੀ ਹਾਂ ਮਨ ਦੇ ਵਿੱਚ। ਇਹ ਮਿਲਨ ਮਨ ਦੇ ਤਸਵੀਰ ਦੇ ਵਿੱਚ ਟਿਕਾ ਕੇ ਰੱਖਣੀ ਹੈ, ਤੇ ਫੀਲਿੰਗ ਦੇ ਨਾਲ ਤੇ ਸੋਚ ਦੇ ਨਾਲ ਆਓ ਮੂਲ ਮੰਤਰ ਦੇ ਇੱਕ ਇੱਕ ਵਰਡ ਨੂੰ ਆਪਾਂ ਜਪਾਂਗੇ, ਤੇ ਇੱਕ ਇੱਕ ਵਰਡ ਨੂੰ ਫਿਰ ਗਹਿਰਾਈ ਵਿੱਚ ਯਾਦ ਕਰਾਂਗੇ ਕਿ ਅਸੀਂ ਆਪਣੇ ਆਪ ਨੂੰ ਸਮਝਿਆ, ਪਰਮਾਤਮਾ ਨੂੰ ਸਮਝਿਆ ਇਸ ਮੂਲ ਮੰਤਰ ਦੇ ਸ਼ਬਦ ਦੇ ਰਾਹੀਂ। ਇੱਕ ਓਂਕਾਰ। ਤੂੰ ਇੱਕ ਹੈ, ਅਲੱਗ ਸਾਰਿਆਂ ਤੋਂ। ਅਸੀਂ ਸਾਰੇ ਇੱਕੋ ਜਿਹਾ ਆਤਮਾ, ਲੇਕਿਨ ਤੂੰ ਪਰਮਾਤਮਾ ਅਲੱਗ ਹੈ, ਇੱਕ ਓਂਕਾਰ ਹੈ। ਸਤਨਾਮ। ਅਸੀਂ ਸਾਰੇ ਸਤ ਨਾਮ, ਬਲਕਿ ਅਸੀਂ ਸਾਰੇ ਸਰੀਰ ਵਿੱਚ ਆਉਂਦੇ ਹਾਂ ਤੇ ਸਰੀਰ ਵਿੱਚ ਸਾਡੀ ਨਾਂ ਅਲੱਗ ਅਲੱਗ ਹੋ ਜਾਂਦੀ ਹੈ, ਪਰ ਤੇਰਾ ਨਾਂ ਸਤਨਾਮ ਹੈ, ਕਿਉਂਕਿ ਤੇਰਾ ਕੋਈ ਨਾਮ ਹੀ ਨਹੀਂ ਹੈ, ਕਿਉਂਕਿ ਤੂੰ ਸਰੀਰ ਵਿੱਚ ਆਉਂਦਾ ਹੀ ਨਹੀਂ ਹੈ। ਕਰਤਾ ਪੁਰਖ, ਤੂੰ ਕਰਨ ਵਾਲਾ, ਕਰਾਵਨਹਾਰ। ਅਸੀਂ ਕਰਨ ਵਾਲੇ, ਕਰਦੇ ਹਾਂ। ਜੋ ਡਰਾਮਾ ਵਿੱਚ ਲਿਖਿਆ ਉਹੀ ਉਹ ਹੋ ਰਿਹਾ, ਪਰ ਅਸੀਂ ਕਰ ਰਹੇ ਹਾਂ। ਜੋ ਲਿਖਿਆ ਉਹ ਅਸੀਂ ਕਰ ਰਹੇ ਹਾਂ, ਤੇ ਤੂੰ ਕਰਾ ਰਿਹਾ। ਤੂੰ ਕਰਤਾ ਪੁਰਖ, ਤੇ ਮੈਂ ਤੇਰੀ ਬੱਚੀ ਵੀ ਆਪਣੇ ਤੌਰ ਤੇ ਕਰਤਾ ਪੁਰਖ। निर्भय, निडर। आत्मा को किस चीज से डर है? तू परमात्मा साथ है, तू निर्भय निडर है। मैं तेरी बच्ची। निर्वैर, ਅਸੀਂ ਸਾਰੇ ਇੱਕ ਮਿੱਕਾਂ, ਇੱਕ ਫੈਮਿਲੀ ਦਾ ਇੱਕ ਪਰਿਵਾਰ ਆ, ਉਸ ਅਕਾਲ ਪੁਰਖ ਦੇ ਬੱਚੇ ਆ। ਤੇ ਫਿਰ ਵੈਰ ਕਿਉਂ? ਆਪਣੇ ਭੈਣ ਭਰਾ ਨਾਲ ਕੋਈ ਵੈਰ ਕਰੀਦਾ? ਅਸੀਂ ਸਾਰੇ ਆਤਮਾएं ਇੱਕੋ ਜਿਹਾ, ਉਸ ਦੇ ਬੱਚੇ। ਕੋਈ ਸਾਡਾ ਵੈਰ ਨਹੀਂ, ਸਾਰੇ ਅਸੀਂ ਇੱਕੋ ਜਿਹਾ। ਅਕਾਲ ਮੂਰਤ, ਵਕਤ ਤੋਂ ਰਹਿਤ, ਤੂੰ ਸੱਚੇ ਪਾਤਸ਼ਾਹ। ਵਕਤ ਤੋਂ ਰਹਿਤ, ਮੈਂ ਆਤਮਾ ਆਪਣੇ ਆਪ ਨੂੰ ਆਪਣੇ ਸਹੀ ਰੂਪ ਵਿੱਚ ਵੇਖਣੀ ਆ। ਅਜੂਨੀ, ਇਸ ਜੂਨ ਵਿੱਚ ਆਉਂਦਿਆਂ ਵੀ ਜੂਨ ਤੋਂ ਰਹਿਤ, ਖੇਡ ਖੇਡਦਿਆਂ ਵੀ ਉਸ ਮੋਕਸ਼, ਨਿਰਵਾਣ ਧਾਮ, ਨਿਰਵਾਣਾ ਅਵਸਥਾ ਵਿੱਚ ਜਾਵਾਂਗੇ ਇੱਕ ਦਿਨ। ਉੱਥੋਂ ਹੀ ਤੇ ਆਏ ਹਾਂ। ਕਾਲ ਵਿੱਚ ਖੇਡਦਿਆਂ ਅਸੀਂ ਵੀ ਅਕਾਲ ਮੂਰਤ, ਤੇਰੇ ਵਰਗਾ। ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ। ਸੈਭੰ, खूबसूरत चमकती सितारा, लिशकती शक्तिशाली ऊर्जा, अपने आप विच भरपूर शक्ति। तू भी ते मैं भी।
ਮੁਸਕਰਾਉਣਾ ਚਾਹੀਦਾ ਹੈ, ਕਿਉਂਕਿ ਅਸੀਂ ਅਕਾਲ ਪੁਰਖ ਨੂੰ ਮਿਲ ਰਹੇ ਹਾਂ ਮਨ ਵਿੱਚ। ਤੇ ਕਿਉਂ ਨਾ ਮੁਸਕਰਾਈਏ। ਕਈ ਵਾਰੀ ਅਸੀਂ ਜਦੋਂ ਰੱਬ ਨੂੰ ਯਾਦ ਕਰਨੇ ਆ, ਰੱਬ ਦੀ ਜ਼ਿਕਰ ਕਰਨੇ ਆ, ਅਸੀਂ ਜ਼ਿਆਦਾ ਸੀਰੀਅਸ ਹੋ ਜਾਂਦੇ ਹਾਂ। ਐਕਚੁਅਲੀ ਆਨੰਦ ਦੀ ਗੱਲ ਹੈ। ਜਦ ਮੈਂ ਅਕਾਲ ਪੁਰਖ ਨੂੰ ਮਿਲ ਰਹੀ ਹਾਂ ਮਨ ਵਿੱਚ, ਅਤੇ ਉਸਨੂੰ ਯਾਦ ਕਰ ਰਹੀ, ਅਤੇ ਉਸ ਦੀ ਸਿਫਤ ਕਰ ਰਹੀ, ਅਤੇ ਉਸਨੂੰ ਉਸ ਦੇ ਗੁਣ ਨੂੰ ਪਹਿਚਾਨ ਰਹੀ ਹਾਂ, ਅਤੇ ਆਪਣੇ ਗੁਣ ਨੂੰ ਪਹਿਚਾਨ ਰਹੀ ਹਾਂ, ਅਤੇ ਆਪਣੇ ਮੂਲ ਬਣ ਰਹੇ ਹਾਂ। ਮੂਲ ਸਿਰਫ ਬੋਲਣ ਦੀ ਗੱਲ ਨਹੀਂ ਕਿ ਮੈਂ ਮੂਲ ਮੰਤਰ ਪੜ੍ਹ ਰਹੀ ਹਾਂ ਜਾਂ ਮੈਂ ਮੂਲ ਮੰਤਰ ਨੂੰ ਸਮਝ ਲਿਆ, ਬਲਕਿ ਮੈਂ ਮੂਲ ਮੰਤਰ ਬਣਨਾ ਹੈ। ਮਨ ਨੂੰ ਤਾਰਨ ਵਾਸਤੇ ਮੂਲ ਬਣਨਾ ਪਏਗਾ ਨਾ। ਅਤੇ ਇਹ ਸਾਰਾ ਕੁਝ ਅਸੀਂ ਕਰ ਰਹੇ ਹਾਂ, ਐਕਸਪੀਰੀਅੰਸ ਕਰ ਰਹੇ, ਤਾਂ ਖੁਸ਼ੀ ਦੀ ਗੱਲ ਹੈ ਨਾ। ਅਤੇ ਇਸ ਵਾਸਤੇ ਹਮੇਸ਼ਾ ਸਿਮਰਨ ਕਰਨ ਵੇਲੇ, ਉਸਨੂੰ ਯਾਦ ਕਰਨ ਵੇਲੇ ਮਨ ਵਿੱਚ ਮੁਸਕਰਾਓ। मुस्कुराना सीख लो। एक मुस्कुराहट से हमारी फीलिंग्स आ जाती है, जो हम सूखे कास्ट हो गए वो हरिया हो जाएगा। उस अकाल पुरख ਨੂੰ ਮਨ ਦੇ ਵਿੱਚ ਵੇਖਾਂਗੇ, ਆਪਣੇ ਆਪ ਨੂੰ ਵੇਖਾਂਗੇ, ਉਸ ਨੂੰ ਮਿਲਾਂਗੇ ਔਰ ਮੁਸਕਰਾਵਾਂਗੇ ਤੇ ਫੀਲਿੰਗਸ ਵੀ ਆ ਜਾਂਦੀ ਹੈ। ਫਿਰ ਉਹ ਥਾਟ, ਵਿਜ਼ਨ, ਫੀਲਿੰਗਸ ਕੰਪਲੀਟ ਹੋ ਜਾਂਦੀ ਹੈ। ਫਿਰ ਐਕਸਪੀਰੀਅੰਸ ਬਹੁਤ ਵਧੀਆ ਹੋ ਜਾਂਦੀ ਹੈ। ਅਤੇ ਅਸੀਂ ਹੁਣੇ ਸਾਰੇ ਆਪ ਜੀ ਮੇਰੇ ਕੋਲ ਬੈਠੇ ਹੋ, ਮੁਸਕਰਾਓ ਅਤੇ ਆਪਣੇ ਆਪ ਨੂੰ ਸਹਿਬੰਗ ਰੂਪ ਵਿੱਚ ਜੋਤੀ ਬਿੰਦੂ ਆਤਮਾ ਸਮਝੋ, ਅਤੇ ਉਸ ਅਕਾਲ ਪੁਰਖ ਨੂੰ ਵੀ ਜੋਤੀ ਬਿੰਦੂ रूप ਵਿੱਚ आत्मा समझो ते मुस्कुराओ। थैंक यू जी आप सबको आज की खूबसूरत सिमरन ते एक्सपीरियंस सैशन विच आप जी ने मेरा साथ दिता है, ते रल के असी रब नूं याद किता है, उसदे गुण नूं याद किता है, ते आओ उसदे गुण नूं अपने विच लिआंदा है, अपने आप नूं शक्तिशाली बनाई। थैंक यू बहुत बहुत। फिर मिलांगे अगली कड़ी विच एक ओंकार एक परमात्मा दी प्रोग्राम विच। वाहिगुरू जी का खालसा, वाहिगुरू जी की फतेह।